ਐਲਨ ਪੀਸ ਦੀ ਕਿਤਾਬ ਸਵਾਲ ਹੀ ਜਵਾਬ ਹਨ। ਅਗਲੀ ਘਟਨਾ ਕਿਸ ਤਰ੍ਹਾਂ ਦੰਦਾਂ ਦੇ ਡਾਕਟਰ ਦਾ ਆਪਰੇਸ਼ਨ ਹੋਇਆ। ਇਹ ਘਟਨਾ ਮੇਰੇ ਨਾਲ ਹੋਈ। 44 ਸਾਲਾ ਫਰੈਂਕ ਮੇਰਾ ਦੰਦਾਂ ਦਾ ਡਾਕਟਰ ਸੀ। ਉਸਦੇ ਕੋਲ ਸਮੁੰਦਰ ਕਿਨਾਰੇ ਤੇ $10 ਲੱਖ ਦਾ ਆਲੀਸ਼ਾਨ ਬੰਗਲਾ ਸੀ। ਇੱਕ ਸ਼ਾਨਦਾਰ ਕਾਰ ਸੀ ਅਤੇ ਉਹ ਹਮੇਸ਼ਾ ਬਿਜ਼ੀ ਰਹਿੰਦਾ ਸੀ। ਜ਼ਿਆਦਾਤਰ ਲੋਕਾਂ ਦੀ ਰਾਏ ਮੁਤਾਬਕ ਉਹ ਬੜਾ ਸਫਲ ਬੰਦਾ ਸੀ। ਇੱਕ ਦਿਨ ਜਦੋਂ ਮੈਂ ਸਥਾਨਕ ਸ਼ਾਪਿੰਗ ਸੈਂਟਰ ਵਿੱਚ ਸੀ, ਤਦੋਂ ਮੈਂ ਉਸਨੂੰ ਕੌਫੀ ਹਾਊਸ ਵਿੱਚ ਬੈਠੇ ਵੇਖਿਆ। ਮੈਂ ਵੀ ਕੌਫੀ ਪੀਣ ਲਈ ਉਸਦੇ ਕੋਲ ਜਾ ਪਹੁੰਚਿਆ। ਐਲਨ, ਕੰਮ ਕਿਸ ਤਰ੍ਹਾਂ ਚੱਲ ਰਿਹਾ ਹੈ ਫਰੈਂਕ ਬੁਝੇ ਮਨ ਨਾਲ। ਠੀਕ ਠਾਕ। ਐਲਨ, ਮਖੌਲੇ ਅੰਦਾਜ਼ ਵਿੱਚ। ਫਰੈਂਕ, ਤੁਸੀਂ ਸਮੁੰਦਰ ਕਿਨਾਰੇ ਰਹਿੰਦੇ ਹੋ, ਤੁਹਾਡੇ ਕੋਲ ਬਹੁਤ ਸਾਰਾ ਕੰਮ ਹੈ ਅਤੇ ਤੁਸੀਂ ਢੇਰ ਸਾਰਾ ਪੈਸਾ ਕਮਾਉਂਦੇ ਹੋ। ਇਹ ਤਾਂ ਬਹੁਤ ਚੰਗਾ ਹੋਣਾ ਚਾਹੀਦਾ ਹੈ। ਫਰੈਂਕ, ਮੇਰੇ ਖਿਆਲ ਨਾਲ ਇਹ ਜੀਵਨ ਗੁਜ਼ਾਰਨ ਲਈ ਬਹੁਤਾ ਹੈ। ਐਲਨ, ਚੰਗਾ ਫਰੈਂਕ, ਜੇਕਰ ਤੁਸੀਂ ਇਸ ਨੂੰ ਪਸੰਦ ਨਹੀਂ ਕਰਦੇ ਤਾਂ ਇਸ ਨੂੰ ਛੱਡ ਕੁਝ ਹੋਰ ਕਿਉਂ ਨਹੀਂ ਸ਼ੁਰੂ ਕਰਦੇ। ਫਰੈਂਕ, ਮੈਨੂੰ ਸ਼ੱਕ ਹੈ ਕਿ ਮੈਂ ਕਦੇ ਇਸ ਤਰ੍ਹਾਂ ਕਰ ਪਾਵਾਂਗਾ। ਐਲਨ, ਕਿਉਂ ਨਹੀਂ। ਫਰੈਂਕ, ਕਿਉਂਕਿ ਮੈਂ ਇੱਕ ਦੰਦਾਂ ਦਾ ਡਾਕਟਰ ਹਾਂ, ਹਮੇਸ਼ਾ ਤੋਂ ਇੱਕ ਦੰਦਾਂ ਦਾ ਡਾਕਟਰ ਸੀ। ਮੈਂ ਇਹੀ ਕਰ ਸਕਦਾ ਹਾਂ। ਐਲਨ, ਫਰੈਂਕ, ਤੁਸੀਂ ਦੰਦਾਂ ਦਾ ਡਾਕਟਰ ਬਣਨ ਦਾ ਨਿਰਣਾ ਕਦੋਂ ਲਿਆ। ਫਰੈਂਕ, ਜਦੋਂ ਮੈਂ 18 ਸਾਲ ਦਾ ਸੀ ਅਤੇ ਯੂਨੀਵਰਸਿਟੀ ਵਿੱਚ ਪੜ੍ਹ ਰਿਹਾ ਸੀ। ਮੈਨੂੰ ਡਾਕਟਰੀ ਵਿੱਚ ਦਾਖਲਾ ਨਹੀਂ ਮਿਲਿਆ ਤਾਂ ਦੰਦ ਚਿਕਿਤਸਾ ਮੇਰਾ ਅਗਲਾ ਵਿਕਲਪ ਸੀ। ਐਲਨ, ਕੀ ਤੁਹਾਨੂੰ ਦੰਦਾਂ ਦਾ ਡਾਕਟਰ ਬਣਿਆ ਰਹਿਣਾ ਚੰਗਾ ਲੱਗਦਾ ਹੈ। ਫਰੈਂਕ, ਸੱਚ ਕਹਾਂ ਤਾਂ ਨਹੀਂ, ਪਰ ਇਸ ਦੇ ਨਾਲ ਬਿੱਲ ਤਾਂ ਚੁੱਕ ਜਾਂਦੇ ਨੇ। ਐਲਨ, ਫਰੈਂਕ, ਜੇਕਰ ਕੋਈ 18 ਸਾਲ ਦਾ ਲੜਕਾ ਤੁਹਾਡੀ ਸਰਜਰੀ ਵਿੱਚ ਜਾ ਕੇ ਤੁਹਾਨੂੰ ਕਹੇ ਕਿ ਅਗਲੇ 20 ਸਾਲਾਂ ਵਿੱਚ ਤੁਸੀਂ ਆਪਣਾ ਜੀਵਨ ਕਿਸ ਤਰ੍ਹਾਂ ਜਿਉਣਾ ਚਾਹੁੰਦੇ ਹੋ ਤੇ ਕੀ ਤੁਸੀਂ ਉਸ ਦੀ ਗੱਲ ਸੁਣੋਗੇ। ਫਰੈਂਕ ਹੱਸਦੇ ਹੋਏ, 18 ਸਾਲ ਦਾ ਮੁੰਡਾ 44 ਸਾਲ ਦੇ ਅਨੁਭਵੀ ਆਦਮੀ ਨੂੰ ਜੀਵਨ ਦੇ ਬਾਰੇ ਕੀ ਸਮਝਾ ਸਕਦਾ ਹੈ। ਐਲਨ, ਤੇ ਤੁਸੀਂ ਉਸ ਦੀ ਗੱਲ ਨਹੀਂ ਸੁਣੋਗੇ। ਬਿਲਕੁਲ ਨਹੀਂ। ਐਲਨ, ਫਿਰ ਤੁਸੀਂ ਹੁਣੇ ਉਸ ਦੀ ਗੱਲ ਕਿਉਂ ਸੁਣ ਰਹੇ ਹੋ। ਚਰਚਾ ਇੱਕਦਮ ਨਾਲ ਰੁਕ ਗਈ। ਫਰੈਂਕ ਅਵਾਕ ਸੀ। ਉਸਨੇ ਕਦੇ ਵੀ ਨਹੀਂ ਸੋਚਿਆ ਸੀ ਕਿ 18 ਸਾਲ ਦਾ ਕਾਲਜ ਵਿੱਚ ਪੜ੍ਹਦਾ ਵਿਦਿਆਰਥੀ ਦੇ ਪਲ ਭਰ ਦੇ ਨਿਰਣੇ ਨਾਲ 44 ਸਾਲ ਦੀ ਉਮਰ ਵਿੱਚ ਉਸਦੇ ਜੀਵਨ ਦੀ ਦਿਸ਼ਾ ਕੰਟਰੋਲ ਹੋ ਰਹੀ ਹੈ। ਮੈਂ ਵੇਖ ਰਿਹਾ ਸੀ ਕਿ ਇਹ ਸਵਾਲ ਉਸ 'ਤੇ ਕਿੰਨਾ ਅਸਰ ਪਾ ਰਿਹਾ ਸੀ ਅਤੇ ਕਿੰਨਾ ਸੋਹਣਾ ਮੌਕਾ ਸੀ ਜਿਸ ਨੂੰ ਮੈਂ ਜਾਣ ਨਹੀਂ ਸੀ ਦੇਣਾ ਚਾਹੁੰਦਾ। ਮੈਂ ਆਪਣੀ ਜੇਬ ਵਿੱਚ ਹੱਥ ਪਾਇਆ ਤੇ ਆਪਣਾ ਬਿਜ਼ਨਸ ਕਾਰਡ ਕੱਢਿਆ, ਜਿਸ ਦੇ ਪਿੱਛੇ ਮੁੱਢਲੇ ਪ੍ਰੇਰਨਾ ਘਟਕਾਂ ਦੀ ਸੂਚੀ ਛਪੀ ਹੋਈ ਸੀ। ਐਲਨ, ਫਰੈਂਕ, ਇਸ ਸੂਚੀ 'ਤੇ ਨਜ਼ਰ ਪਾਓ। ਤੁਹਾਡੀ ਨਜ਼ਰ ਵਿੱਚ ਜੀਵਨ ਦੀ ਪਹਿਲੇ ਨੰਬਰ ਦੀ ਪ੍ਰਾਥਮਿਕਤਾ ਕਿਹੜੀ ਹੈ। ਲੰਮੀ ਖਾਮੋਸ਼ੀ ਦੇ ਬਾਅਦ ਉਸਨੇ ਆਖਰ ਜਵਾਬ ਦਿੱਤਾ। ਫਰੈਂਕ, ਜ਼ਿਆਦਾ ਖਾਲੀ ਵਕਤ। ਐਲਨ, ਤੁਸੀਂ ਇਸ ਵਿਕਲਪ ਨੂੰ ਹੀ ਕਿਉਂ ਚੁਣਿਆ। ਫਰੈਂਕ, ਮੈਂ ਹਰ ਰੋਜ਼ ਸਵੇਰੇ 6 ਵਜੇ ਉੱਠ ਜਾਂਦਾ ਹਾਂ ਤਾਂ ਜੋ 8:30 ਵਜੇ ਤੋਂ ਪਹਿਲਾਂ ਮਰੀਜ਼ ਨੂੰ ਦੇਖਣ ਲਈ ਤਿਆਰ ਹੋ ਸਕਾਂ। ਮੈਂ ਸ਼ਾਮੀ 6 ਵਜੇ ਤੱਕ ਕੰਮ ਕਰਦਾ ਹਾਂ ਅਤੇ ਪੂਰੇ ਦਿਨ ਮੈਂ ਉਹਨਾਂ ਲੋਕਾਂ ਦੀਆਂ ਸ਼ਿਕਾਇਤਾਂ ਤੇ ਤਕਲੀਫਾਂ ਸੁਣਦਾ ਰਹਿੰਦਾ ਹਾਂ ਜੋ ਮੈਨੂੰ ਦੇਖ ਕੇ ਖੁਸ਼ ਨਹੀਂ ਹੁੰਦੇ। ਮੇਰੇ ਕੋਲ ਆਪਣੇ ਲਈ ਜਾਂ ਆਪਣੇ ਬੱਚਿਆਂ ਲਈ ਕਦੇ ਸਮਾਂ ਨਹੀਂ ਹੁੰਦਾ, ਹਫ਼ਤੇ ਦੇ ਆਖਰ ਵਿੱਚ ਵੀ ਨਹੀਂ। ਮੈਂ ਇੰਨਾ ਥੱਕ ਜਾਂਦਾ ਹਾਂ ਕਿ ਮੈਂ ਕੋਈ ਵੀ ਮਹੱਤਵਪੂਰਨ ਕੰਮ ਕਰਨ ਦੀ ਸਥਿਤੀ ਵਿੱਚ ਨਹੀਂ ਹੁੰਦਾ। ਖਾਲੀ ਸਮਾਂ ਇੱਕ ਇਹੋ ਜਿਹੀ ਚੀਜ਼ ਹੈ ਜੋ ਮੇਰੇ ਕੋਲ ਕਦੇ ਨਹੀਂ ਹੁੰਦਾ। ਐਲਨ, ਇਹ ਤੁਹਾਡੇ ਲਈ ਕਿਉਂ ਮਹੱਤਵਪੂਰਨ ਹੈ। ਫਰੈਂਕ, ਜਿਸ ਤਰ੍ਹਾਂ ਮੈਂ ਕਿਹਾ, ਮੇਰਾ ਜੀਵਨ ਮਿੰਟ ਤੋਂ ਮਿੰਟ ਤੱਕ ਦੇ ਟਾਈਮ ਟੇਬਲ ਦੇ ਹਿਸਾਬ ਨਾਲ ਚੱਲਦਾ ਹੈ। ਮੈਂ ਸੋਚਦਾ ਹਾਂ ਕਿ ਕਾਸ਼ ਮੈਂ ਕਿਸੇ ਸਕੂਲ ਵਿੱਚ ਟੀਚਰ ਹੁੰਦਾ ਤਾਂ ਜੋ ਮੇਰੇ ਕੋਲ ਜ਼ਿਆਦਾ ਸਮਾਂ ਹੁੰਦਾ ਅਤੇ ਢੇਰ ਸਾਰੀਆਂ ਛੁੱਟੀਆਂ ਹੁੰਦੀਆਂ। ਐਲਨ, ਮਤਲਬ। ਫਰੈਂਕ, ਦੰਦ ਚਿਕਿਤਸਾ ਉਸ ਤਰ੍ਹਾਂ ਨਹੀਂ ਹੈ ਜਿਸ ਤਰ੍ਹਾਂ ਮੈਂ ਇਸ ਨੂੰ ਸਮਝਿਆ ਸੀ ਜਦੋਂ ਮੈਂ ਪਹਿਲੀ ਵਾਰ ਇਸ ਵਿੱਚ ਪੈਰ ਪਾਉਣ ਦਾ ਫੈਸਲਾ ਲਿਆ ਸੀ। ਫਰੈਂਕ 5 ਮਿੰਟ ਤੱਕ ਭਾਵ ਵਿਹਲ ਹੋ ਕੇ ਉਸ ਕੈਦਖਾਨੇ ਦੇ ਬਾਰੇ ਵਿੱਚ ਗੱਲਾਂ ਕਰਦਾ ਰਿਹਾ ਜਿਸ ਵਿੱਚ ਦੰਦ ਚਿਕਿਤਸਾ ਨੇ ਉਸਨੂੰ ਕੈਦ ਕਰ ਰੱਖਿਆ ਸੀ। ਐਲਨ, ਵਾਧੂ ਸਮੇਂ ਦਾ ਮੌਕਾ ਨਾ ਮਿਲਣ ਦੇ ਕੀ ਨਤੀਜੇ ਹੋਣਗੇ। ਫਰੈਂਕ ਬੁਝੀ ਹੋਈ ਆਵਾਜ਼ ਵਿੱਚ, ਮੈਨੂੰ ਆਪਣੀ ਸਾਰੀ ਜ਼ਿੰਦਗੀ ਸਰਜਰੀ ਦੀ ਬੇੜੀ ਵਿੱਚ ਹੀ ਕੱਟਣੀ ਪਵੇਗੀ। ਮੇਰੇ ਬੱਚੇ ਵੱਡੇ ਹੋ ਰਹੇ ਹਨ ਅਤੇ ਮੇਰੇ ਕੋਲ ਉਹਨਾਂ ਲਈ ਸਮਾਂ ਨਹੀਂ ਹੈ। ਮੇਰੀ ਪਤਨੀ ਦਾ ਕਹਿਣਾ ਹੈ ਕਿ ਮੇਰੀ ਤਣਾਅਪੂਰਨ ਸਥਿਤੀ ਤੋਂ ਉਹ ਵੀ ਬਹੁਤ ਤਣਾਅਗ੍ਰਸਤ ਰਹਿੰਦੀ ਹੈ। ਫਰੈਂਕ ਦਾ ਚਿਹਰਾ ਪੀਲਾ ਪੈ ਰਿਹਾ ਸੀ। ਉਸਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ। ਮੈਨੂੰ ਮਹਿਸੂਸ ਹੋਇਆ ਕਿ ਉਹ ਫੁੱਟ-ਫੁੱਟ ਰੋਣ ਵਾਲਾ ਹੈ।
20 ਸਾਲ ਵਿੱਚ ਪਹਿਲੀ ਵਾਰ ਉਹ ਆਪਣੇ ਦਿਮਾਗ ਵਿੱਚ ਮੌਜੂਦ ਵਿਚਾਰਾਂ ਨੂੰ ਸ਼ਬਦਾਂ ਵਿੱਚ ਵਿਅਕਤ ਕਰ ਪਾ ਰਿਹਾ ਸੀ। ਐਲਨ, ਤੁਹਾਨੂੰ ਇਸ ਤੋਂ ਕਿਉਂ ਫਿਕਰ ਹੁੰਦੀ ਹੈ ਫਰੈਂਕ? ਫਰੈਂਕ ਨੇ ਜਵਾਬ ਨਹੀਂ ਦਿੱਤਾ। ਉਹ ਜਵਾਬ ਦੇ ਵੀ ਨਹੀਂ ਸਕਦਾ। ਇਸੇ ਕਾਰਨ ਉਹ ਬੜਾ ਫਿਕਰਮੰਦ ਸੀ। ਉਹ ਬਸ ਚੁੱਪਚਾਪ ਉੱਥੇ ਹੀ ਬੈਠਾ ਰਿਹਾ। ਮੈਂ ਜ਼ਿਆਦਾ ਜਾਣਕਾਰੀ ਲਈ ਉਸ 'ਤੇ ਦਬਾਅ ਨਹੀਂ ਸੀ ਪਾਇਆ ਕਿਉਂਕਿ ਮੈਨੂੰ ਨਹੀਂ ਸੀ ਲੱਗਦਾ ਕਿ ਉਹ ਇਸ ਨੂੰ ਝੱਲ ਪਾਵੇਗਾ। ਇਸ ਤੋਂ ਇਲਾਵਾ ਮੈਨੂੰ ਮੱਕੀ ਦੇ ਦਾਣੇ ਖਰੀਦਣੇ ਸਨ, ਨਾ ਕਿ ਫਰੈਂਕ ਦੇ ਜੀਵਨ ਵਿੱਚ ਬਦਲਾਅ ਲਿਆਉਣਾ ਸੀ। 3 ਮਹੀਨੇ ਬਾਅਦ ਮੈਂ ਫਰੈਂਕ ਤੋਂ ਉਸਦੀ ਸਰਜਰੀ ਵਿੱਚ ਮਿਲਣ ਲਈ ਗਿਆ, ਜਿਸ ਦੇ ਰਿਸੈਪਸ਼ਨਿਸਟ ਨੇ ਮੈਨੂੰ ਦੱਸਿਆ ਕਿ ਉਹ ਬਾਹਰ ਗਏ ਹੋਏ ਹਨ। ਉਹ ਇੱਕ ਸੋਮਵਾਰ ਨੂੰ ਮੁੜ ਕੇ ਆਏ ਸੀ ਅਤੇ ਉਹਨਾਂ ਨੇ ਘੋਸ਼ਣਾ ਕੀਤੀ ਕਿ ਉਹਨਾਂ ਦਾ ਇੱਕ ਮਿੱਤਰ ਉਹਨਾਂ ਦੀ ਥਾਂ ਤੇ ਚਿਕਿਤਸਾ ਕਰੇਗਾ ਅਤੇ ਉਹ ਆਪ ਛੁੱਟੀਆਂ ਮਨਾਉਣ ਲਈ ਜਾ ਰਹੇ ਹਨ। ਕਿਸੇ ਨੇ ਵੀ ਉਹਨਾਂ ਨੂੰ 3 ਮਹੀਨਿਆਂ ਤੋਂ ਨਹੀਂ ਵੇਖਿਆ ਸੀ। 1 ਸਾਲ ਬਾਅਦ ਮੈਂ ਸੁਣਿਆ ਕਿ ਫਰੈਂਕ ਅਮਰੀਕਾ ਵਿੱਚ ਕਮਿਸ਼ਨ ਤੇ ਮੋਟਰ ਵੇਚ ਰਿਹਾ ਹੈ ਅਤੇ ਉਹ ਕਾਫੀ ਖੁਸ਼ ਹਨ। ਮੈਂ ਅੱਜ ਵੀ ਨਹੀਂ ਜਾਣਦਾ ਕਿ ਫਰੈਂਕ ਕਿੱਥੇ ਹੈ ਜਾਂ ਉਹ ਕੀ ਕਰ ਰਿਹਾ ਹੈ, ਪਰ ਇੱਥੇ ਕੀ ਹੋਇਆ ਉਹ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਇਹ ਦੱਸਦਾ ਹੈ ਕਿ ਇਹ ਤਕਨੀਕ ਕਿੰਨੀ ਤਾਕਤਵਰ ਹੋ ਸਕਦੀ ਹੈ ਅਤੇ ਕਿਸ ਤਰ੍ਹਾਂ ਤੁਸੀਂ ਉਹਨਾਂ ਲੋਕਾਂ ਦੀ ਜ਼ਿੰਦਗੀ ਬਦਲ ਸਕਦੇ ਹੋ ਜਿਨ੍ਹਾਂ ਦੀ ਤੁਹਾਨੂੰ ਕੋਈ ਉਮੀਦ ਨਹੀਂ ਹੋਵੇਗੀ। ਹੋ ਸਕਦਾ ਹੈ ਕਿਤੇ ਫਰੈਂਕ ਦਾ ਨੈਟਵਰਕ ਮਾਰਕੀਟਿੰਗ ਦਾ ਕਾਰੋਬਾਰ ਹੋਵੇ। ਬਿਨਾਂ ਪ੍ਰਾਥਮਿਕਤਾ ਵਾਲਾ ਸੰਭਾਵਿਤ ਗ੍ਰਾਹਕ। ਕਦੀ-ਕਦਾਈ ਤੁਹਾਡਾ ਕਿਸੇ ਇਸ ਤਰ੍ਹਾਂ ਦੇ ਸੰਭਾਵਿਤ ਗ੍ਰਾਹਕ ਨਾਲ ਪਾਲਾ ਪੈਂਦਾ ਹੈ ਜਿਸ ਦੀ ਕੋਈ ਪ੍ਰਾਥਮਿਕਤਾ ਹੀ ਨਹੀਂ ਹੁੰਦੀ। ਕਈ ਲੋਕਾਂ ਦੇ ਕੋਲ ਪਹਿਲੇ ਨੰਬਰ ਦੀ ਪ੍ਰਾਥਮਿਕਤਾ 2 ਕਾਰਨਾਂ ਵਿੱਚੋਂ ਇੱਕ ਦੇ ਕਾਰਨ ਨਹੀਂ ਹੁੰਦੀ। ਪਹਿਲਾ ਕਾਰਨ ਤਾਂ ਇਹ ਹੈ ਕਿ ਉਹਨਾਂ ਦਾ ਅਸਲ ਵਿੱਚ ਕੋਈ ਪ੍ਰਾਥਮਿਕਤਾ ਹੁੰਦੀ ਹੀ ਨਹੀਂ ਅਤੇ ਨੰਬਰ 2 ਜਾਂ ਨੰਬਰ 3 ਪ੍ਰਾਥਮਿਕਤਾਵਾਂ ਵੀ ਨਹੀਂ ਹੁੰਦੀਆਂ। ਇਸ ਤਰ੍ਹਾਂ ਦੇ ਮਾਮਲੇ ਵਿੱਚ ਉਹਨਾਂ ਦਾ ਸਮਾਂ ਦੇਣ ਲਈ ਧੰਨਵਾਦ ਕਰੋ ਅਤੇ ਅਗਲੇ ਸੰਭਾਵਿਤ ਗ੍ਰਾਹਕ ਦੀ ਤਲਾਸ਼ ਵਿੱਚ ਚੱਲ ਪਵੋ। ਆਪਣਾ ਸਮਾਂ ਇਸ ਤਰ੍ਹਾਂ ਦੇ ਲੋਕਾਂ ਨਾਲ ਖਰਾਬ ਨਾ ਕਰੋ ਜਿਨ੍ਹਾਂ ਕੋਲ ਕੋਈ ਆਸਾ, ਸੁਪਨਾ ਜਾਂ ਪ੍ਰਾਥਮਿਕਤਾ ਨਾ ਹੋਵੇ। ਦੂਜਾ ਕਾਰਨ ਇਹ ਹੁੰਦਾ ਹੈ ਕਿ ਉਹ ਪ੍ਰਾਥਮਿਕਤਾ ਚੁਣਨ ਵਿੱਚ ਇਸ ਕਰਕੇ ਵੀ ਡਰ ਸਕਦੇ ਹਨ ਕਿਉਂਕਿ ਉਹਨਾਂ ਇਸ ਦੇ ਮੁਤਾਬਕ ਕਾਰਜ ਕਰਨ ਲਈ ਬੇਵੱਸ ਹੋਣਾ ਪਵੇਗਾ। ਇਸ ਤਰ੍ਹਾਂ ਦੇ ਸੰਭਾਵਿਤ ਗ੍ਰਾਹਕਾਂ ਨੂੰ ਕਾਬੂ ਵਿੱਚ ਕਿਸ ਤਰ੍ਹਾਂ ਕੀਤਾ ਜਾਵੇ? ਤੁਹਾਡੀ ਨੰਬਰ 1 ਦੀ ਪ੍ਰਾਥਮਿਕਤਾ ਕਿਹੜੀ ਹੈ? ਸੰਭਾਵਿਤ ਗ੍ਰਾਹਕ, ਸੱਚ ਕਹਾਂ ਤਾਂ ਇਹਨਾਂ ਵਿੱਚੋਂ ਕੋਈ ਨਹੀਂ। ਤੁਸੀਂ, ਕੋਈ ਵੀ ਨਹੀਂ? ਸੰਭਾਵਿਤ ਗ੍ਰਾਹਕ, ਨਾ, ਮੇਰੇ ਲਈ ਹਜੇ ਇਹਨਾਂ ਵਿੱਚੋਂ ਕੋਈ ਵੀ ਮਹੱਤਵਪੂਰਨ ਨਹੀਂ ਹੈ। ਤੁਸੀਂ, ਚੰਗਾ, ਜੇਕਰ ਇਹਨਾਂ ਵਿੱਚੋਂ ਕੋਈ ਪ੍ਰਾਥਮਿਕਤਾ ਮਹੱਤਵਪੂਰਨ ਹੁੰਦੀ ਤਾਂ ਕਿਹੜੀ ਹੁੰਦੀ? ਸੰਭਾਵਿਤ ਗ੍ਰਾਹਕ, ਜੇਕਰ ਕੋਈ ਪ੍ਰਾਥਮਿਕਤਾ ਮਹੱਤਵਪੂਰਨ ਹੁੰਦੀ ਤਾਂ ਸ਼ਾਇਦ ਆਰਥਿਕ ਸੁਤੰਤਰਤਾ ਹੁੰਦੀ। ਤੁਸੀਂ, ਆਰਥਿਕ ਸੁਤੰਤਰਤਾ ਹੀ ਕਿਉਂ? ਸੰਭਾਵਿਤ ਗ੍ਰਾਹਕ, ਕਿਉਂਕਿ ਪੈਸੇ ਦਾ ਹੋਣਾ ਕਾਫੀ ਮਹੱਤਵ ਰੱਖਦਾ ਹੈ। ਅਤੇ ਹੁਣ ਤੁਸੀਂ 5 ਠੋਸ ਸੋਨੇ ਦੇ ਪ੍ਰਸ਼ਨਾਂ ਨੂੰ ਪੁੱਛਣਾ ਜਾਰੀ ਰੱਖ ਸਕਦੇ ਹੋ। ਚੁੱਪ ਰਹਿਣ ਦੀ ਸ਼ਕਤੀ। ਸਵਾਲ ਪੁੱਛਣ ਤੋਂ ਬਾਅਦ ਤੁਸੀਂ ਪੂਰੀ ਤਰ੍ਹਾਂ ਚੁੱਪ ਰਹੋ ਜਦੋਂ ਤੱਕ ਕਿ ਸੰਭਾਵਿਤ ਗ੍ਰਾਹਕ ਆਪਣਾ ਜਵਾਬ ਪੂਰਾ ਨਹੀਂ ਕਰ ਲੈਂਦਾ। ਪ੍ਰਾਥਮਿਕਤਾ ਚੁਣਨ ਸਮੇਂ ਉਸ ਦੀ ਸਹਾਇਤਾ ਕਰਨ ਦੇ ਸਾਰੇ ਲਾਲਚਾਂ 'ਤੇ ਕਾਬੂ ਰੱਖੋ ਕਿਉਂਕਿ ਇਹ ਵਿਚਾਰ ਪੂਰੀ ਤਰ੍ਹਾਂ ਉਸ ਦੇ ਹੋਣੇ ਚਾਹੀਦੇ ਹਨ, ਤੁਹਾਡੇ ਨਹੀਂ। ਉਹਨਾਂ ਨੂੰ ਤੁਸੀਂ ਦੱਸੋ ਕਿ ਉਹ ਤੁਹਾਡੇ ਕਾਰੋਬਾਰ ਵਿੱਚ ਕਿਉਂ ਸ਼ਾਮਿਲ ਹੋਣਾ ਚਾਹੁੰਦੇ ਹਨ। ਸੰਭਾਵਿਤ ਗ੍ਰਾਹਕ ਦੇ ਜੀਵਨ ਵਿੱਚ ਸ਼ਾਇਦ ਕਿਸੇ ਨੇ ਪਹਿਲੀ ਵਾਰ ਉਸ ਤੋਂ ਇੰਨੇ ਮਹੱਤਵਪੂਰਨ ਸਵਾਲ ਕੀਤੇ ਹੋਣਗੇ ਅਤੇ ਉਸ ਨੂੰ ਇਹਨਾਂ ਦਾ ਜਵਾਬ ਦੇਣ ਲਈ ਸਮਾਂ ਦਿੱਤਾ ਹੋਵੇਗਾ। ਜੇਕਰ ਤੁਹਾਡੇ ਸੰਭਾਵਿਤ ਗ੍ਰਾਹਕ ਨੂੰ ਪਹਿਲਾਂ ਵੀ ਨੈਟਵਰਕਿੰਗ ਮਾਰਕੀਟਿੰਗ ਬਾਬਤ ਪੁੱਛਿਆ ਹੋਵੇਗਾ ਤਾਂ ਵੀ ਪਹਿਲੀ ਵਾਰੀ ਹੀ ਕਿਸੇ ਨੇ ਸਵਾਲ ਪੁੱਛੇ ਹੋਣਗੇ ਅਤੇ ਸਵਾਲ ਪੁੱਛ ਕੇ ਚੁੱਪ ਧਾਰ ਲਈ ਹੋਵੇਗੀ। ਤੁਹਾਡੇ ਸੰਭਾਵਿਤ ਗ੍ਰਾਹਕ ਦੇ ਜਵਾਬ ਉਸ ਦੀ ਜਵਾਬਦੇਹੀ ਦਾ ਸਤਰ ਵੀ ਦਰਸਾਉਣਗੇ ਜਿਹੜੀ ਉਹ ਕਾਰੋਬਾਰ ਵਿੱਚ ਲੰਮੇ ਸਮੇਂ ਲਈ ਅਪਣਾਵੇਗਾ। ਭੇਡਾਂ ਨੂੰ ਬੱਕਰੀਆਂ ਤੋਂ ਕਿਸ ਤਰ੍ਹਾਂ ਵੱਖ ਕਰੀਏ? 5 ਠੋਸ ਸੋਨੇ ਦੇ ਸਵਾਲਾਂ ਦੇ ਜਵਾਬ ਦੇਣ ਵਿੱਚ ਸੰਭਾਵਿਤ ਗ੍ਰਾਹਕ ਦੀ ਗੰਭੀਰਤਾ ਤੇ ਡੂੰਘਾਈ ਇਹ ਦੱਸ ਦਿੰਦੀ ਹੈ ਕਿ ਉਹ ਕਾਰੋਬਾਰ ਵਿੱਚ ਕਿੰਨੇ ਪ੍ਰੇਰਿਤ ਅਤੇ ਜਵਾਬਦੇਹ ਰਹਿਣਗੇ। ਜੇਕਰ ਉਹਨਾਂ ਦਾ ਜਵਾਬ ਲਾਪਰਵਾਹੀਪੂਰਨ, ਅਵਿਸ਼ਵਾਸੀ ਜਾਂ ਤਸੱਲੀ ਬਖਸ਼ ਨਾ ਹੋਵੇ ਤਾਂ ਤੁਹਾਨੂੰ ਸਾਵਧਾਨੀ ਨਾਲ ਇਹ ਸੋਚਣ ਦੀ ਲੋੜ ਹੈ ਕਿ ਤੁਹਾਨੂੰ ਉਹਨਾਂ ਨੂੰ ਆਪਣੇ ਨੈਟਵਰਕ ਮਾਰਕੀਟਿੰਗ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਜਾਂ ਨਹੀਂ। ਜਦੋਂ ਤੱਕ ਤੁਹਾਡੇ ਸੰਭਾਵਿਤ ਗ੍ਰਾਹਕ ਦੇ ਕਲੇਜੇ ਵਿੱਚ ਅੱਗ ਨਾ ਹੋਵੇ, ਜਦੋਂ ਤੱਕ ਉਹ ਸ਼ਿਕਾਇਤਾਂ ਕਰਨ ਦੇ ਸਿਵਾ ਕੁਝ ਵੀ ਨਹੀਂ ਕਰਨਗੇ, ਤਦੋਂ ਤੱਕ ਉਹ ਸ਼ਿਕਾਇਤਾਂ ਕਰਨ ਦੇ ਸਿਵਾ ਕੁਝ ਵੀ ਨਹੀਂ ਕਰਨਗੇ। ਜੇਕਰ 5 ਠੋਸ ਸੋਨੇ ਦੇ ਉੱਤਰ ਕਮਜ਼ੋਰ ਹੋਣ ਤਾਂ ਚੰਗਾ ਹੋਵੇਗਾ ਕਿ ਤੁਸੀਂ ਹੋਰ ਨਵਾਂ ਸੰਭਾਵਿਤ ਗ੍ਰਾਹਕ ਲੱਭ ਲਵੋ।
ਜੋ ਸੰਭਾਵਿਤ ਗ੍ਰਾਹਕ ਕਮਜ਼ੋਰ ਹੁੰਗਾਰਾ ਦਿੰਦਾ ਹੈ ਉਸ ਦੀ ਕਾਰਜਸ਼ੈਲੀ ਵੀ ਕਮਜ਼ੋਰ ਹੋਵੇਗੀ ਅਤੇ ਉਹ ਲਗਾਤਾਰ ਤੁਹਾਡਾ ਸਮਾਂ ਬਰਬਾਦ ਕਰਨਗੇ। ਪ੍ਰਾਥਮਿਕਤਾਵਾਂ ਅਤੇ ਸੁਪਨਿਆਂ ਤੋਂ ਭਰਪੂਰ ਸੰਭਾਵਿਤ ਗ੍ਰਾਹਕ ਯਕੀਨੀ ਤੌਰ ਤੇ ਸਫਲ ਹੋਣਗੇ, ਭਲੇ ਤੁਸੀਂ ਸਹਿਯੋਗ ਕਰੋ ਜਾਂ ਨਾ ਕਰੋ। ਨੈਟਵਰਕ ਮਾਰਕੀਟਿੰਗ ਕਾਰੋਬਾਰ ਬਣਾਉਣਾ ਇੱਕ ਬਾਗ ਲਗਾਉਣ ਦੀ ਤਰ੍ਹਾਂ ਹੈ। ਤੁਸੀਂ ਜ਼ਮੀਨ ਖੋਦਦੇ ਹੋ, ਖਾਦ ਪਾਉਂਦੇ ਹੋ, ਘਾਹ ਫੂਸ ਹਟਾਉਂਦੇ ਹੋ ਅਤੇ ਫਿਰ ਪੱਕਾ ਯਕੀਨ ਕਰ ਲੈਂਦੇ ਹੋ ਕਿ ਇਹ ਖਰਾਬ ਮੌਸਮ ਤੋਂ ਬਚਿਆ ਰਹੇ। ਪਰ ਫਿਰ ਵੀ ਕੁਝ ਬੀਜ ਫੁੱਟ ਪੈਂਦੇ ਹਨ ਜਦੋਂ ਕਿ ਹੋਰ ਨਸ਼ਟ ਹੋ ਜਾਂਦੇ ਹਨ। ਤੁਸੀਂ ਕੇਵਲ ਇਹ ਕਰ ਸਕਦੇ ਹੋ ਕਿ ਤੁਸੀਂ ਉਹਨਾਂ ਨੂੰ ਖਾਦ ਪਾਣੀ ਦਿਓ ਅਤੇ ਘਾਹ ਫੂਸ ਨੂੰ ਹਟਾ ਦਿਓ। ਤਾਕਤਵਰ ਬੀਜ ਤੁਹਾਡੇ ਬਗੈਰ ਵੀ ਪਣਪ ਜਾਣਗੇ। ਜੇਕਰ ਤੁਸੀਂ ਕਮਜ਼ੋਰ ਬੀਜ ਬੋ ਰਹੇ ਹੋ ਤਾਂ ਤੁਹਾਨੂੰ ਹਮੇਸ਼ਾ ਉਸ ਦੀ ਦੇਖ-ਰੇਖ ਕਰਨੀ ਪਵੇਗੀ ਅਤੇ ਉਸ ਦੇ ਵਧਣ ਦੀ ਆਸਾ ਕਰਨੀ ਹੋਵੇਗੀ। ਇਹ ਸੋਚਣ ਦੀ ਮੂਰਖਤਾ ਕਦੇ ਵੀ ਨਾ ਕਰੋ ਕਿ ਇੱਕ ਕਮਜ਼ੋਰ ਬੀਜ ਨੂੰ ਉਤਸ਼ਾਹ ਦਿੱਤਾ ਜਾਵੇ ਤਾਂ ਉਹ ਇੱਕ ਤਾਕਤਵਰ ਅਤੇ ਸੋਹਣੇ ਬੂਟੇ ਵਿੱਚ ਬਦਲ ਸਕਦਾ ਹੈ। ਇਹ ਅਪਵਾਦ ਸਰੂਪ ਹੀ ਹੋ ਸਕਦਾ ਹੈ। ਅਸਲ ਵਿੱਚ ਰਾਜ਼ ਤਾਂ ਇਹੀ ਹੈ ਕਿ ਤਾਕਤਵਰ ਬੀਜ ਬੋਵੋ। ਇਹੀ 5 ਠੋਸ ਸੋਨੇ ਦੇ ਸਵਾਲਾਂ ਦਾ ਨਿਸ਼ਾਨਾ ਹੈ। ਇਹ ਬੀਜ ਦੀ ਸੰਭਾਵਿਤ ਤਾਕਤ ਦੀ ਪ੍ਰੀਖਿਆ ਕਰਨਗੇ ਇਸ ਤੋਂ ਪਹਿਲਾਂ ਕਿ ਤੁਸੀਂ ਉਹਨਾਂ ਨੂੰ ਬੋਣ ਦਾ ਨਿਰਣਾ ਲਵੋ। ਜੇਕਰ ਕੋਈ ਸੰਭਾਵਿਤ ਗ੍ਰਾਹਕ ਸਵਾਲਾਂ ਦਾ ਉੱਤਰ ਦੇਣ ਵਿੱਚ ਤਾਕਤਵਰ ਨਹੀਂ ਹੈ ਤਾਂ ਤੁਹਾਡੇ ਆਪਣੇ ਲਈ ਗਲਤ ਸੰਭਾਵਿਤ ਗ੍ਰਾਹਕ ਹੋ ਸਕਦਾ ਹੈ। ਸ਼ਾਇਦ ਉਸ ਦਾ ਸਮਾਂ ਨਿਰਧਾਰਨ ਹੀ ਗਲਤ ਹੋਵੇ ਜਾਂ ਉਹ ਕੇਵਲ ਤੁਹਾਡੇ ਉਤਪਾਦਾਂ ਦਾ ਖਰੀਦਦਾਰ ਹੀ ਬਣ ਸਕਦਾ ਹੋਵੇ। ਤੁਸੀਂ ਭਲੇ ਹੀ ਕਿੰਨੇ ਵੀ ਸੰਭਾਵਿਤ ਗ੍ਰਾਹਕਾਂ ਨੂੰ ਪ੍ਰਯੋਜਿਤ ਕਰੋ, ਪਰ ਆਪਣਾ ਜ਼ਿਆਦਾਤਰ ਸਮਾਂ ਤਾਕਤਵਰ ਬੀਜਾਂ ਨੂੰ ਦਿਓ। ਸਮੂਹ ਦੇ ਨਾਲ ਸੂਚੀ ਦਾ ਪ੍ਰਯੋਗ। ਥੋੜੇ ਜਿਹੇ ਅਭਿਆਸ ਤੋਂ ਬਾਅਦ ਤੁਸੀਂ ਵੇਖੋਗੇ ਕਿ ਤੁਸੀਂ ਸੰਭਾਵਿਤ ਗ੍ਰਾਹਕਾਂ ਦੇ ਸਮੂਹ ਦੇ ਸਾਹਮਣੇ ਪੇਸ਼ਕਸ਼ ਕਰਨ ਦਾ ਹੈਰਾਨੀਜਨਕ ਤਰੀਕਾ ਲੱਭ ਲਿਆ ਹੈ। ਤੁਸੀਂ ਜਾਂ ਤਾਂ PMF ਸੂਚੀ ਦਾ ਇਸਤੇਮਾਲ ਕਰ ਸਕਦੇ ਹੋ ਜਾਂ ਸਮੂਹ ਦੇ ਲੋਕਾਂ ਨੂੰ ਪੁੱਛ ਸਕਦੇ ਹੋ ਕਿ ਲੋਕੀ ਨੈਟਵਰਕ ਮਾਰਕੀਟਿੰਗ ਸਮੂਹ ਵਿੱਚ ਕਿਉਂ ਸ਼ਾਮਿਲ ਹੋਣਾ ਚਾਹੁਣਗੇ। ਤਿਆਰ ਸੂਚੀ ਦੇ ਨਾਲ ਤੁਸੀਂ ਕਿਸੇ ਨੂੰ ਵੀ ਇਹ ਸਵਾਲ ਪੁੱਛ ਸਕਦੇ ਹੋ, ਤੁਹਾਡੀ ਪਹਿਲੇ ਨੰਬਰ ਦੀ ਪ੍ਰਾਥਮਿਕਤਾ ਕੀ ਹੈ, ਅਤੇ ਫਿਰ ਰੁਕ ਜਾਵੋ। ਇਸੇ ਵਿਧੀ ਨੂੰ ਦੂਜੇ ਅਤੇ ਤੀਜੇ ਸੰਭਾਵਿਤ ਗ੍ਰਾਹਕ ਨਾਲ ਦੁਹਰਾਓ ਅਤੇ ਛੇਤੀ ਹੀ ਤੁਸੀਂ ਪਾਓਗੇ ਕਿ ਪੂਰਾ ਸਮੂਹ ਤੁਹਾਨੂੰ ਦੱਸ ਰਿਹਾ ਹੈ ਕਿ ਉਹ ਇਸ ਕਾਰੋਬਾਰ ਵਿੱਚ ਕਿਉਂ ਸ਼ਾਮਿਲ ਹੋਣਾ ਚਾਹੁੰਦੇ ਹਨ। ਜੇਕਰ ਤੁਸੀਂ ਪੇਸ਼ਕਸ਼ ਦੇ ਦੌਰਾਨ ਹੱਥ ਨਾਲ ਸੂਚੀ ਬਣਾਉਣਾ ਜ਼ਿਆਦਾ ਪਸੰਦ ਕਰਦੇ ਹੋ ਤਾਂ ਹਰ ਵਿਅਕਤੀ ਤੋਂ ਜਿਸ ਨੇ ਆਪਣੀ ਪ੍ਰਾਥਮਿਕਤਾ ਦੱਸੀ ਹੈ ਤੁਸੀਂ ਪੁੱਛ ਸਕਦੇ ਹੋ ਤੁਸੀਂ ਇਸ ਨੂੰ ਕਿਉਂ ਚੁਣਿਆ, ਅਤੇ ਫਿਰ ਸਾਰੇ ਸਵਾਲਾਂ ਨੂੰ ਇੱਕ ਇੱਕ ਕਰਕੇ ਪੁੱਛਦੇ ਜਾਵੋ। ਇਹ ਬੜਾ ਆਨੰਦਦਾਇਕ ਹੋਵੇਗਾ ਜਦੋਂ ਪੂਰਾ ਸਮੂਹ ਇੱਕ ਦੂਜੇ ਨੂੰ ਦੱਸੇਗਾ ਕਿ ਸ਼ਾਮਿਲ ਹੋਣ ਲਈ ਕਿਉਂ ਮਹੱਤਵਪੂਰਨ ਹੈ, ਅਤੇ ਇਸ ਦੌਰਾਨ ਤੁਹਾਨੂੰ ਇੱਕ ਵੀ ਵਿਖਿਆਨ ਨਹੀਂ ਦੇਣਾ ਪਵੇਗਾ। ਤੁਹਾਨੂੰ ਕੇਵਲ ਆਪਣਾ ਸਿਰ ਹਿਲਾਉਂਦੇ ਜਾਣਾ ਹੈ ਅਤੇ ਉਹਨਾਂ ਦਾ ਉਤਸ਼ਾਹ ਵਧਾਉਣਾ ਹੈ। ਅਗਲੀ ਕੁੰਜੀ ਹੈ ਸਹੀ ਬਟਨ ਦਬਾਓ। ਯੋਜਨਾ ਦਿਖਾਓ। ਇੱਥੇ ਜ਼ਿਆਦਾਤਰ ਨੈਟਵਰਕ ਮਾਰਕੀਟਿੰਗ ਕਾਰਜਕਰਤਾ ਬੜੇ ਚੰਗੇ ਹੁੰਦੇ ਹਨ। ਇੱਥੇ ਤੁਸੀਂ ਇਹ ਪ੍ਰਦਰਸ਼ਿਤ ਕਰਦੇ ਹੋ ਕਿ ਤੁਹਾਡੀ ਯੋਜਨਾ ਉਹਨਾਂ ਆਸ਼ਾਵਾਂ, ਸੁਪਨਿਆਂ ਅਤੇ ਡਰ ਦਾ ਸਮਾਧਾਨ ਹੈ ਜੋ ਤੁਸੀਂ ਦੂਜੀ ਕੁੰਜੀ ਸਹੀ ਬਟਨ ਲੱਭੋ ਦੁਆਰਾ ਲੱਭੇ ਸਨ। ਤੁਹਾਨੂੰ ਦਿੱਤੀ ਗਈ ਸਿਖਲਾਈ ਨਾਲ ਤੁਹਾਨੂੰ ਆਪਣੀ ਕਾਰੋਬਾਰੀ ਯੋਜਨਾ ਨੂੰ ਪੇਸ਼ ਕਰਨ ਦਾ ਇਹੋ ਜਿਹਾ ਤਰੀਕਾ ਬਿਨਾਂ ਸ਼ੱਕ ਮਿਲ ਜਾਵੇਗਾ ਜੋ ਅਜ਼ਮਾਇਆ ਹੋਇਆ ਹੋਵੇਗਾ ਅਤੇ ਜਿਸ ਤੋਂ ਚਾਹੇ ਗਏ ਨਤੀਜੇ ਪ੍ਰਾਪਤ ਹੋਣਗੇ। ਫਿਰ ਵੀ ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਅਗਲੇ ਵਿਖਿਆਨ ਨੂੰ ਸਮਝ ਲਵੋ। ਸਮਾਧਾਨ ਤਰਕ ਸੰਗਤ ਹੋਣਾ ਚਾਹੀਦਾ ਹੈ, ਪਰ ਤਰਕ ਦਾ ਕੇਵਲ ਦਿਮਾਗ ਤੇ ਅਸਰ ਪੈਂਦਾ ਹੈ। 5 ਠੋਸ ਸੋਨੇ ਦੇ ਸਵਾਲ ਭਾਵਨਾਵਾਂ ਦੇ ਤਾਲੇ ਨੂੰ ਖੋਲ੍ਹਦੇ ਹਨ ਅਤੇ ਸਹੀ ਸੰਭਾਵਿਤ ਗ੍ਰਾਹਕ ਨੂੰ ਪ੍ਰੇਰਿਤ ਕਰਦੇ ਹਨ ਕਿ ਉਹ ਆਪਣੇ ਹੱਲ ਆਪ ਲੱਭਣ। ਜੇਕਰ ਤੁਸੀਂ ਸਮਾਧਾਨ ਦੇਣ ਤੋਂ ਪਹਿਲਾਂ ਵਿਅਕਤੀ ਦੇ ਸ਼ੁਰੂਆਤੀ ਪ੍ਰੇਰਨਾ ਘਟਨ ਨੂੰ ਨਹੀਂ ਲੱਭਿਆ ਤਾਂ ਹੋ ਸਕਦਾ ਹੈ ਕਿ ਸੰਭਾਵਿਤ ਗ੍ਰਾਹਕ ਉਸ ਵੇਲੇ ਤਾਂ ਉਤਸ਼ਾਹਿਤ ਹੋ ਜਾਵੇ, ਪਰ ਬਾਅਦ ਵਿੱਚ ਉਹ ਭਾਵਨਾਤਮਕ ਰੂਪ ਤੋਂ ਪ੍ਰੇਰਿਤ ਜਾਂ ਜਵਾਬਦੇਹ ਨਹੀਂ ਹੋਵੇਗਾ। ਇਸੇ ਕਾਰਨ ਜ਼ਿਆਦਾਤਰ ਸੰਭਾਵਿਤ ਗ੍ਰਾਹਕਾਂ ਦਾ ਉਤਸ਼ਾਹ ਕੁਝ ਹੀ ਦਿਨਾਂ ਵਿੱਚ ਠੰਡਾ ਹੋ ਜਾਂਦਾ ਹੈ। ਉਦਾਹਰਨ ਵਜੋਂ ਤਾਂ ਇਸ ਦਾ ਅਰਥ ਹੈ ਕਿ ਤੁਸੀਂ ਆਪਣੇ ਨਸੀਬ ਨੂੰ ਆਪ ਕਾਬੂ ਕਰ ਸਕਦੇ ਹੋ ਅਤੇ ਤੁਹਾਡੇ ਕੋਲ ਆਪਣੇ ਪਰਿਵਾਰ ਨਾਲ ਬਿਤਾਉਣ ਲਈ ਜ਼ਿਆਦਾ ਸਮਾਂ ਹੋਵੇਗਾ। ਇਸ ਦਾ ਅਰਥ ਹੈ ਕਿ ਤੁਸੀਂ ਆਰਾਮ ਨਾਲ ਰਿਟਾਇਰ ਹੋ ਸਕਦੇ ਹੋ ਅਤੇ ਤੁਹਾਨੂੰ ਹਰ ਉਹ ਆਰਾਮ ਮਿਲੇਗਾ ਜੋ ਤੁਹਾਡੇ ਮੁਤਾਬਕ ਤੁਹਾਨੂੰ ਚਾਹੀਦਾ ਹੈ। ਜਦੋਂ ਤੁਸੀਂ ਕਾਰੋਬਾਰੀ ਯੋਜਨਾ ਬਣਾਉਣ ਸਮੇਂ ਆਪਣੇ ਸੰਭਾਵਿਤ ਗ੍ਰਾਹਕ ਦੇ ਸ਼ਬਦਾਂ ਨੂੰ ਦੁਹਰਾਉਂਦੇ ਹੋ
ਤਾਂ ਇਹ ਉਹਨਾਂ ਲਈ ਵਿਅਕਤੀਗਤ ਬਣ ਜਾਂਦੀ ਹੈ। ਇਹ ਅਰਥਪੂਰਨ ਅਤੇ ਪ੍ਰੇਰਨਾਦਾਇੀ ਬਣ ਜਾਂਦੀ ਹੈ ਕਿਉਂਕਿ ਉਹ ਵਿਚਾਰ ਅਤੇ ਸ਼ਬਦ ਉਹਨਾਂ ਦੇ ਹੁੰਦੇ ਹਨ, ਤੁਹਾਡੇ ਨਹੀਂ। ਅਗਲੀ ਕੁੰਜੀ, ਸੌਦਾ ਪੱਕਾ ਕਰੋ। ਜੇਕਰ ਤੁਸੀਂ ਇਹਨਾਂ ਤਕਨੀਕਾਂ ਦਾ ਸ਼ਬਦਾਂਸ਼ ਪਾਲਣ ਕਰਦੇ ਹੋ ਤਾਂ ਤੁਹਾਡੇ ਸੰਭਾਵਿਤ ਗ੍ਰਾਹਕ ਨੂੰ ਆਪਣੀ ਯੋਜਨਾ ਵਿੱਚ ਸ਼ਾਮਿਲ ਹੋਣ ਲਈ ਬੇਨਤੀ ਕਰਨਾ ਕੋਈ ਵੱਡੀ ਗੱਲ ਨਹੀਂ ਹੈ। ਉਹਨਾਂ ਦੇ ਅੰਦਰ ਆਪ ਹੀ ਇੰਨਾ ਉਤਸ਼ਾਹ ਹੋਣਾ ਚਾਹੀਦਾ ਹੈ ਕਿ ਕਾਰੋਬਾਰ ਆਰੰਭ ਕਰਨ ਲਈ ਉਹਨਾਂ ਨੂੰ ਯਕੀਨੀ ਤੌਰ 'ਤੇ ਤਤਪਰਤਾ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ। ਹਮੇਸ਼ਾ ਆਪਣੀ ਪੇਸ਼ਕਸ਼ ਨੂੰ ਇਸੇ ਨਜ਼ਰੀਏ ਨਾਲ ਰੱਖੋ ਜਿਸ ਤਰ੍ਹਾਂ ਤੁਰੰਤ ਸ਼ੁਰੂਆਤ ਕਰਨਾ ਪੂਰੀ ਤਰ੍ਹਾਂ ਨਾਲ ਸੁਭਾਵਿਕ ਪ੍ਰਕਿਰਿਆ ਹੋਵੇ। ਤੁਹਾਡੀ ਸ਼ੈਲੀ ਕਾਰੋਬਾਰੀ ਪਰੰਤੂ ਸਹਿਜ ਹੋਣੀ ਚਾਹੀਦੀ ਹੈ, ਜਿਸ ਤਰ੍ਹਾਂ ਤੁਸੀਂ ਹਰ ਰੋਜ਼ ਇਹੀ ਸਭ ਕਰਦੇ ਹੋ। ਜਦੋਂ ਤੁਹਾਨੂੰ ਲੱਗੇ ਕਿ ਸੰਭਾਵਿਤ ਗ੍ਰਾਹਕ ਨੇ ਕਾਰੋਬਾਰ ਵਿੱਚ ਸ਼ਾਮਿਲ ਹੋਣ ਦਾ ਮਨ ਬਣਾ ਲਿਆ ਹੈ ਤਾਂ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਤੁਸੀਂ ਉਸ ਨੂੰ ਸ਼ਾਮਿਲ ਹੋਣ ਲਈ ਸੱਦਾ ਦੇਣਾ ਚਾਹੀਦਾ ਹੈ। ਸੁਸਪਸ਼ਟ, ਵਿਸ਼ਵਾਸਪੂਰਨ ਤੇ ਯਕੀਨੀ ਬਣੇ ਰਹੋ ਅਤੇ ਉਹਨਾਂ ਨੂੰ ਦੱਸੋ ਕਿ ਤੁਸੀਂ ਉਹਨਾਂ ਨੂੰ ਸ਼ਾਮਿਲ ਕਰਨਾ ਚਾਹੁੰਦੇ ਹੋ, ਅੱਜ ਨਹੀਂ, ਨਾ ਕਿ ਕੱਲ੍ਹ ਜਾਂ ਅਗਲੇ ਦਿਨ। ਇਹ ਪੱਧਤੀ ਕੰਮ ਕਿਉਂ ਕਰਦੀ ਹੈ? 4 ਕੁੰਜੀਆਂ ਵਾਲੀ ਪੱਧਤੀ ਹਾਂ ਤੱਕ ਪਹੁੰਚਾਉਣ ਦਾ ਅਜ਼ਮਾਇਆ ਹੋਇਆ ਨੁਸਖਾ ਹੈ। ਇਸ ਲਈ ਇਸ ਤੋਂ ਜ਼ਿਆਦਾ ਮੁਨਾਫਾ ਪ੍ਰਾਪਤ ਕਰਨ ਲਈ ਤੁਹਾਨੂੰ ਇਸੇ ਫਾਰਮੂਲੇ ਦਾ ਇਸੇ ਤਰ੍ਹਾਂ ਹੀ ਪਾਲਣ ਕਰਨਾ ਚਾਹੀਦਾ ਹੈ। ਮੈਂ ਜਿੰਨੇ ਵੀ ਨੈਟਵਰਕ ਕਾਰਜਕਰਤਾਵਾਂ ਨਾਲ ਮਿਲਿਆ ਹਾਂ ਉਹਨਾਂ ਵਿੱਚੋਂ ਜ਼ਿਆਦਾਤਰ ਬਰਫ਼ ਪਿਘਲਾਓ ਸਤਰ 'ਤੇ ਚੰਗਾ ਪ੍ਰਦਰਸ਼ਨ ਕਰਦੇ ਹਨ। ਉਹਨਾਂ ਨੇ ਸਿੱਖ ਲਿਆ ਹੈ ਕਿ ਲੋਕਾਂ ਨਾਲ ਮਿੱਤਰਤਾਪੂਰਨ ਢੰਗ ਨਾਲ ਕਿਵੇਂ ਗੱਲਬਾਤ ਕੀਤੀ ਜਾਵੇ ਅਤੇ ਕਿਸ ਤਰ੍ਹਾਂ ਉਹਨਾਂ ਨਾਲ ਤਾਲਮੇਲ ਬਣਾਇਆ ਜਾਵੇ। ਜ਼ਿਆਦਾਤਰ ਨੈਟਵਰਕ ਮਾਰਕੀਟਿੰਗ ਕਾਰਜਕਰਤਾ ਸਹੀ ਬਟਨ ਲੱਭੋ ਸਤਰ 'ਤੇ ਜ਼ਿਆਦਾ ਅਸਰਦਾਰੀ ਹੁੰਦੇ ਹਨ। ਉਹ ਬਰਫ਼ ਪਿਘਲਾਓ ਤੋਂ ਸਿੱਧੇ ਹੀ ਸਹੀ ਬਟਨ ਦਬਾਓ 'ਤੇ ਪੁੱਜ ਜਾਂਦੇ ਹਨ। ਇਹ ਮੰਨ ਵੀ ਲਿਆ ਜਾਵੇ ਕਿ ਕਾਰੋਬਾਰੀ ਯੋਜਨਾ ਦੀ ਉਹਨਾਂ ਦੀ ਪੇਸ਼ਕਸ਼ ਸਰਵੋਤਮ ਰਹਿੰਦੀ ਹੋਵੇ ਤਾਂ ਵੀ ਇਹ ਜ਼ਰੂਰੀ ਨਹੀਂ ਕਿ ਸੰਭਾਵਿਤ ਗ੍ਰਾਹਕ ਸ਼ਾਮਲ ਹੋਣ ਲਈ ਪ੍ਰੇਰਿਤ ਹੋ ਜਾਣਗੇ, ਕਿਉਂਕਿ ਉਹ ਭਾਵਨਾਤਮਕ ਰੂਪ ਤੋਂ ਵਿਚਲਿਤ ਨਹੀਂ ਹੋ ਪਾਉਂਦੇ। ਇਹ ਪ੍ਰਮੁੱਖ ਕਾਰਨ ਹੈ ਜਿਸ ਵਜ੍ਹਾ ਨਾਲ ਕਈ ਸੰਭਾਵਿਤ ਗ੍ਰਾਹਕ ਤੁਹਾਡੀ ਯੋਜਨਾ ਦੀ ਪੇਸ਼ਕਸ਼ ਨਾਲ ਰੋਮਾਂਚਿਤ ਤਾਂ ਹੋ ਜਾਂਦੇ ਹਨ, ਪਰ 1 ਜਾਂ 2 ਦਿਨਾਂ ਬਾਅਦ ਉਹਨਾਂ ਦਾ ਉਤਸ਼ਾਹ ਪੂਰੀ ਤਰ੍ਹਾਂ ਠੰਡਾ ਪੈ ਜਾਂਦਾ ਹੈ। ਕੁਝ ਨੈਟਵਰਕ ਮਾਰਕੀਟਿੰਗ ਕਾਰਜਕਰਤਾ ਤਾਂ ਯੋਜਨਾ ਦਿਖਾਉਣ ਵਿੱਚ ਇੰਨੇ ਮਗਨ ਹੋ ਜਾਂਦੇ ਹਨ ਕਿ ਉਹ ਵਿਚਾਰ ਨੂੰ ਵੇਚ ਤਾਂ ਸਕਦੇ ਹਨ, ਪਰ ਉਹ ਇੰਨਾ ਜ਼ਿਆਦਾ ਬੋਲਦੇ ਹਨ ਕਿ ਉਹਨਾਂ ਨੂੰ ਇਸੇ ਨੂੰ ਮੁੜ ਖਰੀਦਣਾ ਪੈਂਦਾ ਹੈ। ਤੁਹਾਡੀ ਕਾਰੋਬਾਰੀ ਯੋਜਨਾ ਤੁਹਾਡੇ ਸੰਭਾਵਿਤ ਗ੍ਰਾਹਕਾਂ ਦੇ ਉਹਨਾਂ ਕਾਰਨਾਂ ਦਾ ਹੱਲ ਹੈ ਜਿਨ੍ਹਾਂ ਨੂੰ ਉਹ ਦੂਰ ਕਰਨਾ ਚਾਹੁੰਦੇ ਹਨ ਅਤੇ ਉਹਨਾਂ ਮੁਨਾਫਿਆਂ ਨੂੰ ਜਿਨ੍ਹਾਂ ਨੂੰ ਉਹ ਹਾਸਲ ਕਰਨਾ ਚਾਹੁੰਦੇ ਹਨ। ਇਸ ਲਈ ਯੋਜਨਾ ਦਿਖਾਉਣ ਵਿੱਚ ਤਦੋਂ ਤੱਕ ਕੋਈ ਮਤਲਬ ਨਹੀਂ ਹੈ ਜਦੋਂ ਤੱਕ ਕਿ ਤੁਸੀਂ ਸੰਭਾਵਿਤ ਗ੍ਰਾਹਕ ਦਾ ਸ਼ੁਰੂਆਤੀ ਪ੍ਰੇਰਨਾ ਘਟਕ ਨਾ ਲੱਭ ਲਵੋ ਅਤੇ ਉਹਨਾਂ ਨੂੰ ਇਸ ਬਾਰੇ ਅਵਿਸ਼ੇਸ਼ਿਤ ਨਾ ਕਰ ਦਿਓ। ਜੇਕਰ ਤੁਸੀਂ ਸਹੀ ਬਟਨ ਲੱਭਣ ਵਿੱਚ ਉੱਤਮ ਹੋ ਤਾਂ ਤੁਹਾਨੂੰ ਸੌਦਾ ਪੱਕਾ ਕਰਨ ਦੀ ਸਥਿਤੀ ਦੇ ਬਾਰੇ ਜ਼ਿਆਦਾ ਫਿਕਰਮੰਦ ਹੋਣ ਦੀ ਲੋੜ ਨਹੀਂ ਹੈ। ਜੇਕਰ ਤੁਸੀਂ ਜਾਣਦੇ ਹੋ ਕਿ ਸੰਭਾਵਿਤ ਗ੍ਰਾਹਕ ਨੂੰ ਕਿਸ ਤਰ੍ਹਾਂ ਭਾਵਨਾਤਮਕ ਰੂਪ ਤੋਂ ਵਿਚਲਿਤ ਕੀਤਾ ਜਾ ਸਕਦਾ ਹੈ ਤਾਂ ਉਹ ਆਪਣੀਆਂ ਸਮੱਸਿਆਵਾਂ ਦੇ ਲਈ ਆਪ ਹੱਲ ਲੱਭਣਾ ਆਰੰਭ ਕਰ ਦੇਣਗੇ। ਇਸ ਤਰ੍ਹਾਂ ਸਹੀ ਬਟਨ ਲੱਭਣਾ ਅਤੇ ਉਸ ਨੂੰ ਦਬਾਉਣ ਅਤੇ ਆਪਣਾ ਨੈਟਵਰਕ ਬਣਾਉਣਾ ਤੁਹਾਡੇ ਲਈ ਇੱਕ ਸੌਖਾ ਕੰਮ ਬਣ ਜਾਵੇਗਾ।